ਸਤਿ ਸ਼੍ਰੀ ਅਕਾਲ। ਮੇਰਾ ਨਾਮ ਬੇਅੰਤ ਕੌਰ ਹੈ। ਮੈਂ ਟਰੈਵਲ ਐਂਡ ਟੂਰਿਜ਼ਮ ਟ੍ਰੇਨਰ ਇਨ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਡਿਸਟ੍ਰਿਕਟ ਕਪੂਰਥਲਾ ਵਿੱਚ। ਅੱਜ ਦਾ ਮੇਰਾ ਟੌਪਿਕ ਹੈ ਹੌਸਪਿਟੈਲਿਟੀ ਗੋਲਸ ਐਂਡ ਡੈਫੀਨੇਸ਼ਨਸ ਆਫ ਹੌਸਪਿਟੈਲਿਟੀ, ਕਲਾਸ +2 ਯੂਨਿਟ ਫਸਟ। ਹੌਸਪਿਟੈਲਿਟੀ ਇੰਡਸਟਰੀ। ਹੌਸਪਿਟੈਲਿਟੀ, ਜਿਸ ਨੂੰ ਕਿ ਮਹਿਮਾਨ ਨਵਾਜ਼ੀ ਜਾਂ ਪ੍ਰਾਹੁਣਾਚਾਰੀ ਵੀ ਕਿਹਾ ਜਾਂਦਾ ਆ। ਬਹੁਤ ਲੋਕ ਸੋਚਦੇ ਨੇ ਕਿ ਇਹ ਸਿਰਫ ਇੱਕ ਹੋਟਲ ਜਾਂ ਰੈਸਟੋਰੈਂਟਸ ਦੀ ਹੀ ਡੈਫੀਨੇਸ਼ਨ ਹੈ, ਬਟ ਨਹੀਂ। ਮਹਿਮਾਨ ਨਵਾਜ਼ੀ ਦਾ ਦਾਇਰਾ ਬਹੁਤ ਜ਼ਿਆਦਾ ਵਿਸ਼ਾਲ ਹੈ। ਮਹਿਮਾਨ ਨਵਾਜ਼ੀ ਅਸਲ ਵਿੱਚ ਇੱਕ ਨਿੱਘਾ ਸ਼ਬਦ ਹੈ ਜੋ ਕਿ ਇੱਕ ਮਹਿਮਾਨ ਅਤੇ ਮੇਜ਼ਬਾਨ ਦੇ ਰਿਸ਼ਤੇ ਨੂੰ ਦਰਸਾਉਂਦਾ ਹੈ। ਮਹਿਮਾਨਾਂ ਨਾਲ ਕੀਤਾ ਜਾਣ ਵਾਲਾ ਦੋਸਤਾਨਾ ਵਿਵਹਾਰ ਹੀ ਮਹਿਮਾਨ ਨਵਾਜ਼ੀ ਹੁੰਦਾ ਹੈ। ਮਹਿਮਾਨ ਨਵਾਜ਼ੀ ਜਾਂ ਪ੍ਰਾਹੁਣਾਚਾਰੀ ਉਦਯੋਗ ਨੂੰ ਸਰਵਿਸ ਇੰਡਸਟਰੀ ਯਾਨੀ ਕਿ ਸੇਵਾ ਉਦਯੋਗ ਵੀ ਕਿਹਾ ਜਾਂਦਾ ਹੈ। ਇਹਨਾਂ ਦਾ ਜੋ ਟਾਸਕ ਹੁੰਦਾ ਹੈ ਉਹ ਹੁੰਦਾ ਆ ਇੱਕ ਗੈਸਟ ਨੂੰ ਸੈਟਿਸਫਾਈ ਕਰਨਾ ਵਧੀਆ ਭੋਜਨ ਨਾਲ ਅਤੇ ਆਰਾਮਦਾਇਕ ਰੂਮ ਉਸਨੂੰ ਰਹਿਣ ਲਈ ਦੇਣਾ ਉਸਦੇ ਘਰ ਤੋਂ ਦੂਰ, ਜਿਸ ਦੇ ਬਦਲੇ ਕਿ ਉਹ ਗੈਸਟ ਉਸ ਹੋਟਲ ਨੂੰ ਪੈਸੇ ਦਿੰਦਾ ਹੈ। ਇਸ ਤੋਂ ਇਲਾਵਾ ਰੈਸਟੋਰੈਂਟਸ, ਪ੍ਰਾਈਵੇਟ ਕਲੱਬਸ, ਮੈਨੇਜਡ ਫੂਡ ਸਰਵਿਸ, ਇਵੈਂਟ ਪਲਾਨਿੰਗ, ਟੂਰਿਜ਼ਮ ਰਿਲੇਟਡ ਬਿਜ਼ਨਸ ਐਂਡ ਟਰੈਵਲ ਪ੍ਰੋਵਾਈਡਰਸ, ਇਹਨਾਂ ਸਭ ਸੰਸਥਾਵਾਂ ਦੇ ਵਿੱਚ ਹੌਸਪਿਟੈਲਿਟੀ ਦੀ ਵਰਤੋਂ ਹੁੰਦੀ ਹੈ। ਇਹ ਇੱਕ ਟੈਂਗੀਬਲ ਅਤੇ ਇਨਟੈਂਗੀਬਲ ਅਹਿਸਾਸ ਹੁੰਦਾ ਆ। ਇਨਟੈਂਗੀਬਲ ਮੀਨਜ਼ ਜੋ ਛੂਹਿਆ ਨਾ ਜਾ ਸਕੇ, ਜੋ ਦੇਖਿਆ ਨਾ ਜਾ ਸਕੇ, ਸਿਰਫ ਅਨੁਭਵ ਕੀਤਾ ਜਾ ਸਕੇ। ਜਿੱਦਾਂ ਆਪਾਂ ਕਿਸੇ ਹੋਟਲ ਦੇ ਵਿੱਚ ਜਾਂਦੇ ਹਾਂ, ਉੱਥੇ ਆਪਾਂ ਜਸਟ ਉਸ ਹੋਟਲ ਦੇ ਵਿੱਚ ਜੋ ਦੇਖ ਸਕਦੇ ਹਾਂ, ਜੋ ਚੀਜ਼ਾਂ ਨੂੰ ਛੂਹ ਸਕਦੇ ਹਾਂ, ਉਹ ਟੈਂਗੀਬਲ ਹੁੰਦੀਆਂ ਨੇ। ਔਰ ਇਨਟੈਂਗੀਬਲ ਉਹ ਹੁੰਦੀਆਂ ਨੇ ਜੋ ਸਿਰਫ ਮਹਿਸੂਸ ਕੀਤੇ ਜਾ ਸਕਣ। ਉੱਥੋਂ ਦਾ ਫੂਡ ਕਿੰਨਾ ਟੇਸਟੀ ਸੀ, ਜਾਂ ਉੱਥੋਂ ਦਾ ਰਹਿਣ ਲਈ ਆਪਾਂ ਨੂੰ ਜੋ ਰੂਮ ਮਿਲਿਆ ਉਹਦੇ ਵਿੱਚ ਕਿੰਨਾ ਜ਼ਿਆਦਾ ਆਰਾਮਦਾਇਕ ਕਮਰਾ ਸੀ ਉਹ, ਜਿੱਥੇ ਆਪਾਂ ਬਹੁਤ ਸੈਟਿਸਫੈਕਸ਼ਨ ਮਹਿਸੂਸ ਕੀਤੀ। ਉੱਥੋਂ ਦਾ ਐਟਮੋਸਫੇਅਰ ਕਿੰਨਾ ਸ਼ਾਨਦਾਰ ਸੀ। ਠੀਕ ਹੈ, ਉਹ ਸਾਰਾ ਕੁਛ ਇਨਟੈਂਗੀਬਲ ਦੇ ਵਿੱਚ ਸ਼ਾਮਿਲ ਹੁੰਦਾ ਹੈ। ਤੋ ਹੌਸਪਿਟੈਲਿਟੀ ਇੰਡਸਟਰੀ ਦਾ ਮਤਲਬ ਹੁੰਦਾ ਆ, ਇਸ ਦੇ ਵਿੱਚ ਇਨਕਲੂਡ ਹੁੰਦੀਆਂ ਨੇ ਉਹ ਕੰਪਨੀਆਂ, ਜੋ ਸੰਸਥਾਵਾਂ ਜੋ ਕਿ ਪ੍ਰੋਵਾਈਡ ਕਰਦੀਆਂ ਨੇ ਫੂਡ, ਡਰਿੰਕ ਐਂਡ ਅਕੋਮੋਡੇਸ਼ਨ ਟੂ ਪੀਪਲ ਹੂ ਆਰ ਅਵੇ ਫਰੋਮ ਹੋਮ। ਘਰ ਤੋਂ ਦੂਰ ਜੋ ਲੋਕਾਂ ਨੂੰ ਰਿਹਾਇਸ਼ ਦੇਣੀ, ਭੋਜਨ ਦੇਣਾ, ਉਹੀ ਹੌਸਪਿਟੈਲਿਟੀ ਇੰਡਸਟਰੀ ਦਾ ਜੋ ਮੁੱਖ ਕੰਮ ਹੁੰਦਾ ਆ। ਗੋਲਸ ਐਂਡ ਓਬਜੈਕਟਿਵਸ। ਕੀ ਉਦੇਸ਼ ਆ ਹੌਸਪਿਟੈਲਿਟੀ ਇੰਡਸਟਰੀ ਦੇ? ਸਭ ਤੋਂ ਪਹਿਲਾਂ ਇਨਕਮ। ਕੋਈ ਵੀ ਸੰਸਥਾ ਆ ਉਹ ਇਨਕਮ ਕਮਾਉਣ ਲਈ ਹੀ ਆਪਣਾ ਕਾਰੋਬਾਰ ਜੋ ਕੀ ਆ ਸ਼ੁਰੂ ਕਰਦੀ ਹੈ, ਇਸਟੈਬਲਿਸ਼ ਕਰਦੀ ਆ। ਉਸ ਤੋਂ ਬਾਅਦ ਪ੍ਰੋਫੈਸ਼ਨਲ ਸਟੇਟਸ ਆ ਜਾਂਦੇ ਨੇ, ਜੋਬ ਸੈਟਿਸਫੈਕਸ਼ਨ, ਸਕਿੱਲ ਜੋਬ, ਅਨਸਕਿੱਲ ਜੋਬ, ਇਹ ਸਭ ਹੌਸਪਿਟੈਲਿਟੀ ਦਾ ਇੱਕ ਪਾਰਟ ਹੁੰਦੇ ਨੇ। ਅੱਛਾ ਜੀ, ਕੀ ਉਦੇਸ਼ ਹੁੰਦੇ ਨੇ ਕਿਸੇ ਮਹਿਮਾਨ ਨਵਾਜ਼ੀ ਜਾਂ ਪ੍ਰਾਹੁਣਾਚਾਰੀ ਉਦਯੋਗ ਦੇ? ਸਭ ਤੋਂ ਪਹਿਲਾਂ ਮੇਕਿੰਗ ਦੀ ਗੈਸਟ ਫੀਲ ਵੈਲਕਮ ਪਰਸਨਲੀ। ਸਭ ਤੋਂ ਪਹਿਲਾਂ ਜੋ ਮਹਿਮਾਨ ਨਵਾਜ਼ੀ ਦਾ ਅਰਥ ਹੁੰਦਾ ਆ ਦੋਸਤਾਨਾ ਵਿਵਹਾਰ ਕਿਸੇ ਗੈਸਟ ਪ੍ਰਤੀ। ਜਿੱਦਾਂ ਹੀ ਕੋਈ ਗੈਸਟ ਸਾਡੇ ਹੋਟਲ ਦੇ ਵਿੱਚ ਐਂਟਰ ਕਰਦਾ ਆ ਤਾਂ ਸਭ ਤੋਂ ਪਹਿਲਾਂ ਸਾਡਾ ਇਹ ਫਰਜ਼ ਹੁੰਦਾ ਆ ਵੀ ਉਸਨੂੰ ਇੱਕ ਵੈਲਕਮਿੰਗ, ਆਪਾਂ ਬਹੁਤ ਨਿੱਘੇ ਤਰੀਕੇ ਨਾਲ ਉਹਦਾ ਵੈਲਕਮ ਕਰੀਏ। ਠੀਕ ਆ, ਕਿਉਂਕਿ ਕੋਈ ਵੀ ਗੈਸਟ ਇੱਕ ਐਕਸਪੀਰੀਅੰਸ, ਇੱਕ ਅਨੁਭਵ ਲੈ ਕੇ ਜਾਂਦਾ ਹੈ ਕਿਸੇ ਹੋਟਲ ਦੇ ਵਿੱਚੋਂ। ਜਦੋਂ ਉਹ ਕੁਛ 2 ਜਾਂ 4 ਦਿਨਾਂ ਲਈ ਠਹਿਰਦਾ ਹੈ ਤਾਂ ਉਸ ਜੋ ਹੋਟਲ ਦੇ ਵਿੱਚ ਉਸਦਾ ਜੋ ਅਨੁਭਵ, ਐਕਸਪੀਰੀਅੰਸ ਹੁੰਦਾ ਆ, ਉਹ ਇੱਕ ਸਥਾਈ ਛਾਪ ਛੱਡਦਾ ਆ ਕਿਸੇ ਗੈਸਟ ਦੇ ਮਾਇੰਡ ਉੱਪਰ। ਸੋ ਲੋਕਾਂ ਨੂੰ ਇਹ ਨਹੀਂ ਲੱਗਣਾ ਚਾਹੀਦਾ ਵੀ ਤੁਸੀਂ ਜਸਟ ਫੋਰਮੈਲਿਟੀ ਕਰ ਰਹੇ ਹੋ। ਉਹਨਾਂ ਨੂੰ ਲੱਗਣਾ ਚਾਹੀਦਾ ਹੈ ਵਾਕਈ ਤੁਸੀਂ ਬਹੁਤ ਨਿੱਘੇ ਤਰੀਕੇ ਨਾਲ ਉਹਨਾਂ ਦਾ ਸਵਾਗਤ ਕਰ ਰਹੇ ਹੋ। ਔਰ ਨੰਬਰ 2, ਮੇਕਿੰਗ ਥਿੰਗਸ ਵਰਕ ਫॉर ਦੀ ਗੈਸਟਸ। ਸਭ ਕੁਛ ਕਲੀਨ, ਨੀਟ ਐਂਡ ਕਲੀਨ ਹੋਣਾ ਚਾਹੀਦਾ ਆ। ਉਹ ਰੂਮਸ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਜਿੱਥੇ ਆਪਾਂ ਗੈਸਟ ਨੂੰ ਠਹਿਰਾ ਰਹੇ ਹਾਂ। ਉਹ ਭੋਜਨ ਬਹੁਤ ਵਧੀਆ ਹੋਣਾ ਚਾਹੀਦਾ ਆ ਜੋ ਆਪਾਂ ਗੈਸਟ ਨੂੰ ਦੇ ਰਹੇ ਹਾਂ, ਪ੍ਰੋਵਾਈਡ ਕਰਵਾ ਰਹੇ ਹਾਂ। ਹੌਸਪਿਟੈਲਿਟੀ ਦਾ ਮਤਲਬ ਹੀ ਇਹ ਹੁੰਦਾ ਆ ਕਿ ਇੱਕ ਗੈਸਟ ਦੇ ਅਕੋਰਡਿੰਗ, ਉਸਦੀ ਇੱਛਾ ਦੇ ਮੁਤਾਬਕ ਉਸਨੂੰ ਆਪਾਂ ਜੋ ਪ੍ਰੋਡਕਟਸ ਹੁੰਦੇ ਆ, ਸਰਵਿਸਿਸ ਹੁੰਦੇ ਆ, ਉਹ ਪ੍ਰੋਵਾਈਡ ਕਰਵਾਉਣੀ ਆ। ਕਸਟਮਰ ਸੈਟਿਸਫੈਕਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ। ਔਰ ਨੰਬਰ 3, ਮੇਕਿੰਗ ਸ਼ੋਰ ਦੈਟ ਦੀ ਆਪਰੇਸ਼ਨ ਵਿਲ ਕੰਟੀਨਿਊ ਟੂ ਪ੍ਰੋਵਾਈਡ ਸਰਵਿਸਿਜ਼ ਐਂਡ ਮੀਟ ਇਟਸ ਵਰਸਟ। ਇੱਕ ਮੈਨੇਜਰ ਲਈ ਇਹ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਆ ਕਿ ਜੋ ਸਰਵਿਸਿਜ਼ ਪ੍ਰੋਵਾਈਡ ਕਰਵਾ ਰਿਹਾ ਹੈ ਕਿਸੇ
ਗੈਸਟ ਨੂੰ ਉਹ ਉਸ ਨੂੰ ਸੈਟੀਸਫਾਈ ਕਰਦੀਆਂ ਨੇ, ਕਿਉਂਕਿ ਪਹਿਲਾਂ ਵੀ ਕਿਹਾ ਹੈ ਜੋ ਕਿ ਇੱਕ ਸੰਤੁਸ਼ਟੀ ਹੁੰਦੀ ਹੈ ਨਾ, ਗ੍ਰਾਹਕ ਦੀ ਸੰਤੁਸ਼ਟੀ ਹੋਣਾ ਹੋਸਪਿਟੈਲਿਟੀ ਇੰਡਸਟਰੀ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਚੀਜ਼ਾਂ ਹੀ ਉਸਦੇ ਵਪਾਰ ਨੂੰ ਵਧਾਉਂਦੀਆਂ ਨੇ ਜਾਂ ਵਪਾਰ ਨੂੰ ਘਟਾਉਂਦੀਆਂ ਨੇ। ਅਗਰ ਇੱਕ ਗ੍ਰਾਹਕ ਸੰਤੁਸ਼ਟ ਹੋ ਕੇ ਜਾਵੇਗਾ ਕਿਸੇ ਹੋਟਲ ਤੋਂ ਤਾਂ ਉਹ 10 ਜਣਿਆਂ ਨੂੰ ਅੱਗੇ ਜਾ ਕੇ ਦੱਸਦਾ ਆ ਉਸ ਹੋਟਲ ਬਾਰੇ, ਅਤੇ ਫਿਰ ਉਹ 10 ਵੀ ਉਸੇ ਹੋਟਲ ਦੇ ਵਿੱਚ ਆਉਣਗੇ ਕਦੇ ਨਾ ਕਦੇ, ਅਗਰ ਉਹਨਾਂ ਨੂੰ ਮੌਕਾ ਮਿਲਿਆ ਤਾਂ ਫਿਰ ਅੱਗੇ ਜਾ ਕੇ ਉਹ ਵੀ 10 ਹਜ਼ਾਰਾਂ ਨੂੰ ਦੱਸਣਗੇ, ਤਾਂ ਇਸ ਤਰ੍ਹਾਂ 100 ਜਣਿਆਂ ਦੇ ਵਿੱਚ ਉਸ ਹੋਟਲ ਦੀ ਇੱਕ ਤਰ੍ਹਾਂ ਦੀ ਮਸ਼ਹੂਰੀ ਹੋ ਜਾਵੇਗੀ, ਉਸ ਹੋਟਲ ਦਾ ਨਾਮ ਹੋ ਜਾਵੇਗਾ। ਇਸ ਤਰ੍ਹਾਂ ਇੱਕ ਡਿਸਸੈਟਿਸਫਾਈਡ ਕਸਟਮਰ ਵੀ ਅੱਗੇ ਜਾ ਕੇ 10 ਬੰਦਿਆਂ ਨੂੰ ਦੱਸੇਗਾ ਵੀ ਉਸ ਹੋਟਲ ਦੇ ਵਿੱਚ ਨਾ ਜਾਇਓ, ਜਾਂ ਉੱਥੇ ਦੀ ਰੂਮ ਸਰਵਿਸ ਵਧੀਆ ਨਹੀਂ ਆ, ਉਸ ਦਾ ਫੂਡ ਚੰਗਾ ਨਹੀਂ ਆ। ਤਾਂ ਇਸ ਤਰ੍ਹਾਂ ਕਿਸੇ ਵੀ ਹੋਟਲ ਦੇ ਵਪਾਰ ਨੂੰ ਵਧਾਉਣ ਜਾਂ ਘਟਾਉਣ ਦੇ ਵਿੱਚ ਕਸਟਮਰ ਸੈਟਿਸਫੈਕਸ਼ਨ ਬਹੁਤ ਜ਼ਿਆਦਾ ਯੋਗਦਾਨ ਦਿੰਦੀ ਹੈ। ਓਕੇ, ਹੁਣ ਇੱਕ ਮਹਿਮਾਨ ਨਵਾਜ਼ੀ ਜਾਂ ਇੱਕ ਹੋਸਪਿਟੈਲਿਟੀ ਇੰਡਸਟਰੀ, ਪ੍ਰਾਹੁਣਾਚਾਰੀ ਉਦਯੋਗ, ਇਸ ਦੇ ਵਿੱਚ ਨੈਤਿਕਤਾ ਦੀ ਕੀ ਮਹੱਤਤਾ ਹੈ? ਨੈਤਿਕਤਾ, ਇਹ ਸ਼ਬਦ ਹੋਸਪਿਟੈਲਿਟੀ ਇੰਡਸਟਰੀ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਨੰਬਰ 1 ਹੋਸਪਿਟੈਲਿਟੀ ਇੰਡਸਟਰੀ ਇੱਕ ਕੰਪੀਟੀਟਿਵ ਇੰਡਸਟਰੀ ਹੈ, ਇੱਕ ਮੁਕਾਬਲਤਾਨ ਇੰਡਸਟਰੀ ਉਦਯੋਗ, ਜਿੱਥੇ ਕਿ ਹਰ ਸਮੇਂ ਮੁਕਾਬਲਾ ਰਹਿੰਦਾ ਆ। ਜੇਕਰ ਕੋਈ ਕਸਟਮਰ ਜਾਂ ਇੰਪਲਾਈਜ਼ ਉਸ ਹੋਟਲ ਦਾ ਡਿਸਸੈਟਿਸਫਾਈ ਹੋ ਜਾਵੇਗਾ ਤਾਂ ਉਹ ਬਹੁਤ ਜਲਦੀ ਉਸ ਨੂੰ ਛੱਡ ਜਾਵੇਗਾ। ਵੈਨ ਯੂ ਡੂ ਐਨੀ ਬਿਜ਼ਨਸ, ਕੋਈ ਵੀ ਤੁਸੀਂ ਬਿਜ਼ਨਸ ਕਰ ਰਹੇ ਹੋ ਤਾਂ ਟਰਸਟ ਇਜ਼ ਦੀ ਮੇਨ ਕੀ ਆਫ ਸਕਸੈਸ। ਟਰਸਟ, ਭਰੋਸੇਯੋਗਤਾ, ਕਿਸੇ ਵੀ ਸਫਲਤਾ ਹਾਸਲ ਕਰਨ ਲਈ ਜੋ ਮੁੱਖ ਮੇਨ ਕੀ ਹੁੰਦੀ ਹੈ ਉਹ ਹੁੰਦੀ ਹੈ ਭਰੋਸੇਯੋਗਤਾ। ਹੋਸਪਿਟੈਲਿਟੀ ਇੰਡਸਟਰੀ ਵਿੱਚ ਨੈਤਿਕਤਾ ਦੇ ਕੀ ਫਾਇਦੇ ਹੁੰਦੇ ਆ? ਜਿਵੇਂ ਕਿ ਮੈਂ ਪਹਿਲਾਂ ਵੀ ਕਿਹਾ ਸੀ, ਅਗਰ ਓਨੈਸਟੀ ਜਾਂ ਲੋਇਲਟੀ ਉਹੀ ਕਸਟਮਰ ਨੂੰ ਵਾਰ-ਵਾਰ ਖਿੱਚ ਕੇ ਉਸ ਜਗ੍ਹਾ 'ਤੇ ਲੈ ਕੇ ਆਉਂਦੀ ਹੈ। ਇਸਟੈਬਲਿਸ਼ ਹੋ ਜਾਂਦੀ ਹੈ ਕਸਟਮਰ ਲੋਇਲਟੀ ਅਗਰ ਤੁਹਾਡੀ ਹੋਸਪਿਟੈਲਿਟੀ ਦੇ ਵਿੱਚ ਨੈਤਿਕਤਾ ਆਏ ਤਾਂ। ਕ੍ਰੀਏਟਿੰਗ ਟਰਸਟ ਵਿਦ ਸਪਲਾਇਰਸ। ਟਰਸਟ ਜੋ ਹੁੰਦਾ ਹੈ, ਭਰੋਸੇਯੋਗਤਾ ਸਪਲਾਇਰਸ ਦੇ ਲਈ, ਉਹਨਾਂ ਕਸਟਮਰਸ ਦੇ ਮਨ ਵਿੱਚ ਬਣ ਜਾਂਦੀ ਹੈ। ਸਕਸੈਸਫੁਲ ਟੀਮ ਆਫ ਇੰਪਲਾਇਜ਼, ਇੱਕ ਸਕਸੈਸਫੁਲ ਟੀਮ ਬਣ ਜਾਂਦੀ ਹੈ ਇੰਪਲਾਈਜ਼ ਦੀ ਅਗਰ ਤੁਹਾਡੇ ਇੰਪਲਾਈਜ਼ ਦੇ ਵਿੱਚ ਨੈਤਿਕਤਾ ਹੈ। ਤੁਹਾਡੇ ਜੋ ਉੱਥੇ ਕੰਮ ਕਰਦੇ ਨੇ ਕਰਮਚਾਰੀ, ਉਹ ਫੁੱਲ ਭਰੇ ਹੋਏ ਨੇ ਨੈਤਿਕਤਾ ਨਾਲ, ਉਹਨਾਂ ਵਿੱਚ ਹਰ ਇੱਕ ਉਹ ਗੁਣ ਹੈ, ਤਾਂ ਉਹਨਾਂ ਦੀ ਇੱਕ ਸਕਸੈਸਫੁਲ ਟੀਮ ਬਣ ਜਾਏਗੀ ਜੋ ਕਿ ਤੁਹਾਡੇ ਹੋਟਲ ਨੂੰ ਬਹੁਤ ਜ਼ਿਆਦਾ ਉੱਪਰ ਲੈ ਕੇ ਜਾਵੇਗੀ। 10 ਬੇਸਿਕਸ ਕਿਹੜੇ ਪ੍ਰਿੰਸੀਪਲਸ ਹੁੰਦੇ ਨੇ ਨੈਤਿਕਤਾ ਦੇ ਜੋ ਇੱਕ ਹੋਸਪਿਟੈਲਿਟੀ ਮੈਨੇਜਰਸ ਲਈ ਜ਼ਰੂਰੀ ਹੁੰਦੇ ਨੇ? ਓਨੈਸਟੀ, ਇੰਟੈਗ੍ਰਿਟੀ, trust, loyalty, fairness, concern and respect of others, commitment to excellence, leadership, reputation and accountability. ਸਭ ਤੋਂ ਪਹਿਲਾਂ honesty is the best policy. ਵਾਕਈ ਇਮਾਨਦਾਰੀ ਇੱਕ ਬੈਸਟ ਪੋਲਿਸੀ ਹੁੰਦੀ ਹੈ। ਕਿਸੇ ਵੀ ਉਦਯੋਗ ਨੂੰ ਅਗਰ ਅਸੀਂ ਚਾਹੁੰਦੇ ਹਾਂ ਕਿ ਉਹ ਉਦਯੋਗ ਪ੍ਰਫੁੱਲਤ ਹੋਵੇ, ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ, ਤਾਂ ਉਸਦੇ ਇੰਪਲਾਈਜ਼ ਦਾ ਅਤੇ ਉਸਦੇ ਇੰਪਲੋਇਰਸ ਦਾ ਓਨੈਸਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ। ਇਮਾਨਦਾਰੀ ਨਾਲ ਕੀਤਾ ਗਿਆ ਕੰਮ ਹਮੇਸ਼ਾ ਹੀ ਇਨਸਾਨ ਨੂੰ ਸਫਲਤਾਵਾਂ ਦੀਆਂ ਪੌੜੀਆਂ ਚੜ੍ਹਾਉਂਦਾ ਹੈ। ਇੰਟੈਗ੍ਰਿਟੀ ਮੀਨਸ ਸ਼ੁੱਧਤਾ, ਕਿਸੇ ਚੀਜ਼ ਦੀ ਸ਼ੁੱਧਤਾ, ਸਪਸ਼ਟਤਾ। ਇਹ ਵੀ ਹੋਸਪਿਟੈਲਿਟੀ ਇੰਡਸਟਰੀ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ। ਇੰਟੈਗ੍ਰਿਟੀ ਹੋਣਾ ਮੀਨਸ ਇੰਟੈਗ੍ਰਿਟੀ ਇਜ਼ ਡੂਇੰਗ ਦੀ ਰਾਈਟ ਥਿੰਗ ਵੈਨ ਨੋ ਵਨ ਇਜ਼ ਵਾਚਿੰਗ। ਜਦੋਂ ਸਾਨੂੰ ਕੋਈ ਵੀ ਨਹੀਂ ਦੇਖ ਰਿਹਾ ਉਸ ਟਾਈਮ ਵੀ ਇੱਕ ਵਧੀਆ ਕੰਮ ਕਰਨਾ, ਇੱਕ ਸ਼ੁੱਧਤਾ ਨਾਲ, ਸਫਾਈ ਨਾਲ ਕੰਮ ਕਰਨਾ, ਉਹੀ ਇੰਟੈਗ੍ਰਿਟੀ ਹੁੰਦਾ ਆ। ਲੋਇਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਹੋਸਪਿਟੈਲਿਟੀ ਦੇ ਵਿੱਚ, ਯਾਨੀ ਕਿ ਕਿਸੇ ਹੋਟਲ ਦੇ ਸਟਾਫ ਦਾ, ਉੱਥੋਂ ਦੇ ਉਹਨਾਂ ਆਪਣੇ ਮਹਿਮਾਨਾਂ ਨਾਲ ਲੋਇਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਜੇਕਰ ਤੁਸੀਂ ਲੋਇਲ ਹੋਵੋਗੇ ਨਾ ਤਾਂ ਤੁਹਾਡੇ ਕਸਟਮਰ ਵੀ ਤੁਹਾਡੇ ਪ੍ਰਤੀ ਲੋਇਲ ਹੋਣਗੇ ਅਤੇ ਵਾਰ-ਵਾਰ ਤੁਹਾਡੇ ਹੋਟਲ ਦੇ ਵਿੱਚ ਵਿਜ਼ਿਟ ਕਰਨਗੇ। ਫੇਅਰਨੈਸ, ਇਹ ਜਿਹੜਾ ਪਾਰਟ ਹੈ ਉਹ ਮੈਨੇਜਰਸ ਦੇ ਲਈ ਬਹੁਤ ਜ਼ਰੂਰੀ ਹੈ। ਆਪਣੇ ਸਾਰੇ ਇੰਪਲਾਈਜ਼ ਲਈ ਇੱਕੋ ਜਿਹੇ ਰੂਲ ਐਂਡ ਰੈਗੂਲੇਸ਼ਨਸ ਬਣਾਉਣੇ, ਇਸ ਨੂੰ ਫੇਅਰਨੈਸ ਕਿਹਾ ਜਾਂਦਾ ਆ। ਕੰਸਰਨ ਐਂਡ ਰਿਸਪੈਕਟ ਆਫ ਅਦਰਸ, ਰਿਸਪੈਕਟ ਕਰਨੀ, ਆਪਣੇ ਗੈਸਟਸ ਦੀ ਰਿਸਪੈਕਟ ਕਰਨੀ, ਇੰਪਲਾਈਜ਼ ਦੀ ਆਪਸ ਵਿੱਚ ਜੋ ਸਹਿਯੋਗੀ ਕਰਮਚਾਰੀ ਹੁੰਦੇ ਨੇ ਉਹਨਾਂ ਨਾਲ ਰਿਸਪੈਕਟ ਨਾਲ ਪੇਸ਼ ਆਉਣਾ, ਹੈ ਨਾ, ਤਾਂ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਹੋਸਪਿਟੈਲਿਟੀ ਇੰਡਸਟਰੀ ਲਈ।
ਅੱਛਾ ਜੀ, ਕਸਟਮਰ ਕੰਸਟ੍ਰੀਸਿਟੀ ਯਾਨੀ ਕਿ ਕਸਟਮਰ ਸੈਂਟਰੀਸਿਟੀ ਯਾਨੀ ਕਿ ਗ੍ਰਾਹਕ ਕੇਂਦਰਤਾ। ਹਾਂਜੀ, ਇਹ ਵੀ ਬਹੁਤ ਜ਼ਿਆਦਾ ਜ਼ਰੂਰੀ ਪਾਰਟ ਹੈ ਹੌਸਪਿਟੈਲਿਟੀ ਇੰਡਸਟਰੀ ਦਾ। ਕਸਟਮਰ ਕੀ ਹੁੰਦਾ ਆ? ਕਸਟਮਰ ਇੱਕ ਕਲਾਇੰਟ ਹੁੰਦਾ ਆ, ਇੱਕ ਵਾਇਰ ਜਾਂ ਪਰਚੇਸਰ ਹੁੰਦਾ ਆ, ਯਾਨੀ ਕਿ ਇੱਕ ਖਰੀਦਦਾਰ ਹੁੰਦਾ ਆ ਜੋ ਪੈਸੇ ਦੇ ਕੇ ਕੋਈ ਪ੍ਰੋਡਕਟ ਜਾਂ ਸਰਵਿਸ ਖਰੀਦਦਾ ਆ। ਕਿਸੇ ਹੋਟਲ ਦੇ ਵਿੱਚ ਜਾ ਕੇ ਕੋਈ ਸਰਵਿਸ ਖਰੀਦਣੀ ਜਾਂ ਕੋਈ ਪ੍ਰੋਡਕਟ ਖਰੀਦਣਾ ਕਿਸੇ ਸ਼ੌਪ 'ਤੇ ਜਾ ਕੇ, ਉਹ ਕਸਟਮਰ ਹੁੰਦਾ ਆ ਅਤੇ ਉਸ ਬਦਲੇ ਉਹ ਪੈਸੇ ਦਿੰਦਾ ਆ। ਵਿਦਾਊਟ ਕਸਟਮਰਸ ਬਿਜ਼ਨਸ ਕਾਂਟ ਬੀ ਵਿਦਾਊਟ ਕਸਟਮਰਸ ਬਿਜ਼ਨਸ ਕੈਨੋਟ ਸਕਸੀਡ। ਕਹਿੰਦੇ ਬਿਜ਼ਨਸ ਕਸਟਮਰਸ ਦੇ ਬਿਨਾਂ ਬਿਜ਼ਨਸ ਸਕਸੈਸ ਨਹੀਂ ਹੋ ਸਕਦਾ, ਸਫਲ ਨਹੀਂ ਹੋ ਸਕਦਾ। ਟਾਈਪਸ ਆਫ ਕਸਟਮਰਸ, ਇੰਟਰਨਲ ਕਸਟਮਰ ਅਤੇ ਐਕਸਟਰਨਲ ਕਸਟਮਰ। ਇੰਟਰਨਲ ਕਸਟਮਰ ਉਹ ਹੁੰਦੇ ਆ ਜੋ ਇੱਕ ਸੰਸਥਾ ਦੇ ਵਿੱਚ ਕੰਮ ਕਰਨ ਵਾਲੇ ਇੰਪਲੋਇਜ਼ ਹੁੰਦੇ ਆ, ਉਹ ਉੱਥੋਂ ਦੇ ਜੋ ਹੁੰਦੇ ਆ ਇੰਟਰਨਲ ਕਸਟਮਰ ਹੁੰਦੇ ਆ, ਜਿਵੇਂ IT, ਕੈਫੇਟੇਰੀਆ, ਹਿਊਮਨ ਰਿਸੋਰਸ ਟ੍ਰੇਨਿੰਗ ਵਗੈਰਾ। ਔਰ ਐਕਸਟਰਨਲ ਕਸਟਮਰ ਉਹ ਹੁੰਦੇ ਨੇ ਜੋ ਕਿ ਬਾਹਰੋਂ ਆ ਕੇ ਸਾਡੀ ਸੰਸਥਾ ਦੇ ਵਿੱਚ ਕੋਈ ਪ੍ਰੋਡਕਟ ਜਾਂ ਸਰਵਿਸ ਖਰੀਦਦੇ ਨੇ, ਜਿੱਦਾਂ ਕਿ ਕਲਾਇੰਟ ਹੋ ਗਏ, ਗੈਸਟ ਹੋ ਗਏ, ਓਕੇ, ਕਸਟਮਰ ਹੋ ਗਏ, ਇਹ ਉਹ ਕਸਟਮਰ ਹੁੰਦੇ ਨੇ। ਅੱਛਾ, ਤਾਂ ਸਾਡੇ ਜੋ ਸੰਸਥਾ ਦੇ ਵਿੱਚ ਪ੍ਰੋਡਕਟ ਸਰਵਿਸਿਜ਼ ਨੇ ਉਹਨਾਂ ਦੀ ਕੁਆਲਿਟੀ ਦਾ ਅਤੇ ਐਕੂਰੇਸੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ ਅਗਰ ਅਸੀਂ ਇੱਕ ਸਕਸੈਸਫੁਲ ਬਿਜ਼ਨਸ ਚਾਹੁੰਦੇ ਹਾਂ ਤਾਂ। ਇਸ ਲਈ ਗ੍ਰਾਹਕ ਕੇਂਦਰਤਾ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ? ਗ੍ਰਾਹਕ ਕੇਂਦਰਤਾ ਲਈ ਜੋ ਕਸਟਮਰ ਨੀਡਸ ਅਤੇ ਵੈਲਿਊਜ਼ ਦਾ ਬਹੁਤ ਜ਼ਿਆਦਾ ਹੋਣਾ ਜ਼ਰੂਰੀ ਹੈ। ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡੇ ਕਸਟਮਰ ਦੀਆਂ ਕੀ ਜ਼ਰੂਰਤਾਂ ਨੇ, ਉਹਨਾਂ ਦੇ ਕੀ ਕਦਰਾਂ ਕੀਮਤਾਂ ਨੇ। ਉਹਨਾਂ ਦੀ ਜ਼ਰੂਰਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਸਾਨੂੰ ਆਪਣੇ ਜੋ ਕਿ ਸਰਵਿਸ ਦੇਣੀ ਚਾਹੀਦੀ ਹੈ ਉਹਨਾਂ ਨੂੰ। ਬਿਲਡਿੰਗ ਕਸਟਮਰ ਸੈਂਟਰਿਕ ਕਲਚਰ, ਗ੍ਰਾਹਕ ਕੇਂਦਰਤਾ ਦਾ ਸੱਭਿਆਚਾਰ ਪੈਦਾ ਕਰਨਾ ਕਿਸੇ ਵੀ ਸੰਸਥਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਆ। ਓਕੇ ਜੀ, ਇੰਟਰੋਡਕਸ਼ਨ ਟੂ ਹੌਸਪਿਟੈਲਿਟੀ ਫੂਡ ਐਂਡ ਬੈਵਰੇਜ ਸੈਕਟਰ। ਫੂਡ ਐਂਡ ਬੈਵਰੇਜ ਸੈਕਟਰ ਦਾ ਹੌਸਪਿਟੈਲਿਟੀ ਦਾ ਵਿੱਚ ਕੀ ਯੋਗਦਾਨ ਹੈ? ਸੈਕਟਰਸ ਆਫ ਫੂਡ ਸਰਵਿਸ ਇੰਡਸਟਰੀ, ਫੂਡ ਐਂਡ ਬੈਵਰੇਜ ਓਪਰੇਸ਼ਨਸ, ਕਲਾਸੀਫਿਕੇਸ਼ਨ ਆਫ ਫੂਡ ਸਰਵਿਸ ਇਸਟੈਬਲਿਸ਼ਮੈਂਟਸ, ਟਾਈਪ ਆਫ ਫੂਡ ਐਂਡ ਬੈਵਰੇਜ ਸਰਵਿਸਿਜ਼। ਇਹ ਉਦੇਸ਼ ਹੁੰਦੇ ਨੇ ਫੂਡ ਐਂਡ ਬੈਵਰੇਜ ਸੈਕਟਰ ਦੇ। ਹਾਂਜੀ, ਆਪਾਂ ਹੁਣ ਫੂਡ ਐਂਡ ਬੈਵਰੇਜ ਓਪਰੇਸ਼ਨ ਦਾ ਚਾਰਟ ਦੇਖੀਏ ਤਾਂ ਦੋ ਟਾਈਪ ਦੇ ਜੋ ਹੁੰਦੇ ਨੇ ਇਹਨਾਂ ਦੇ ਆਪਰੇਸ਼ਨ ਹੁੰਦੇ ਨੇ, ਕਮਰਸ਼ੀਅਲ ਅਤੇ ਸਬਸਾਈਜ਼ਡ। ਕਮਰਸ਼ੀਅਲ ਦੇ ਵਿੱਚ ਓਪਨ ਮਾਰਕੀਟ ਅਤੇ ਰਿਸਟ੍ਰਿਕਟਡ ਮਾਰਕੀਟ ਹੁੰਦੀ ਹੈ। ਓਪਨ ਮਾਰਕੀਟ ਹੁੰਦੀ ਜਿੱਦਾਂ ਹੋਟਲਸ, ਰੈਸਟੋਰੈਂਟ, ਪਬਸ ਜਾਂ ਫਾਸਟ ਫੂਡ ਹੋਵੇ, ਯਾਨੀ ਕਿ ਜੋ ਜਿੱਥੇ ਕੋਈ ਵੀ ਜਾ ਕੇ ਖਾ ਸਕਦਾ, ਪੈਸੇ ਦਿਓ ਔਰ ਜਾ ਕੇ ਉੱਥੋਂ ਦੀਆਂ ਜੋ ਸੇਵਾਵਾਂ ਲਓ, ਪ੍ਰੋਡਕਟ ਲਓ ਉੱਥੋਂ, ਉਹ ਹੁੰਦਾ ਓਪਨ ਮਾਰਕੀਟ। ਉਸ ਤੋਂ ਇਲਾਵਾ ਰਿਸਟ੍ਰਿਕਟਡ ਮਾਰਕੀਟ ਜੋ ਕਿਸੇ ਖਾਸ ਬੰਦਿਆਂ ਲਈ ਹੀ ਹੁੰਦੀ ਹੈ, ਠੀਕ ਹੈ, ਜਿੱਦਾਂ ਟਰੈਵਲ, ਕੈਟਰਿੰਗ, ਕਲੱਬਸ, ਕੰਸਟਰਕਟਡ ਫੂਡ ਸਰਵਿਸ, ਉਸ ਜਾਂ ਇਵੈਂਟ ਕੈਟਰਿੰਗ ਫੰਕਸ਼ਨ, ਕਿਸੇ ਕੋਈ ਖਾਸ ਫੰਕਸ਼ਨ ਹੋਣਾ ਜਿੱਥੇ ਉਹੀ ਲੋਕ ਆਉਣਗੇ ਜੋ ਉੱਥੇ ਸੱਦੇ ਜਾਂਦੇ ਨੇ, ਜਿਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ। ਉਸ ਤੋਂ ਇਲਾਵਾ ਸਬਸਾਈਜ਼ਡ ਵੈਲਫੇਅਰ ਦੇ ਵਿੱਚ ਇੰਪਲਾਈ ਕੈਟਰਿੰਗ ਹੁੰਦੀ ਆ ਔਰ ਇੱਕ ਇੰਸਟੀਟਿਊਸ਼ਨਲ ਕੈਟਰਿੰਗ ਹੁੰਦੀ ਹੈ। ਇੰਸਟੀਟਿਊਸ਼ਨਲ ਹੁੰਦੀ ਆ ਕਿਸੇ ਇੰਸਟੀਚਿਊਟ ਦੀ, ਜਿੱਦਾਂ ਕੋਈ ਸਕੂਲਸ ਹੁੰਦੇ ਆ, ਹੋਸਪਿਟਲ ਹੁੰਦੇ ਆ, ਹੈ ਨਾ, ਤਾਂ ਜੇਲ੍ਹਾਂ ਵਗੈਰਾ ਹੁੰਦੀਆਂ, ਯੂਨੀਵਰਸਿਟੀ ਐਂਡ ਕਾਲਜਸ ਹੁੰਦੇ ਆ, ਉੱਥੇ ਜੋ ਕਿ ਇੰਸਟੀਟਿਊਟ, ਉੱਥੇ ਸਿਰਫ ਉੱਥੋਂ ਦੇ ਹੀ ਸਟੂਡੈਂਟਸ ਲਈ ਜਾਂ ਉੱਥੋਂ ਦੇ ਹੀ ਰਹਿਣ ਵਾਲਿਆਂ ਲਈ ਖਾਣਾ ਬਣਾਇਆ ਜਾਂਦਾ ਆ। ਹਾਂਜੀ, ਫੂਡ ਐਂਡ ਸਰਵਿਸਿਜ਼ ਹੋਟਲ ਦੇ ਵਿੱਚ ਕਿੱਥੇ ਕਿੱਥੇ ਹੁੰਦੀ ਹੈ? ਇੰਪਲਾਈ ਡਿਨਿੰਗ, ਮਿਨੀ ਬਾਰ, ਫਾਈਨ ਡਿਨਿੰਗ, ਰੈਸਟੋਰੈਂਟ, ਕਾਫੀ ਸ਼ਾਪ, ਕਾਨਫਰੰਸ ਐਂਡ ਬੈਨਕੁਏਟਸ, ਆਊਟਸਾਈਡ ਕੈਟਰਿੰਗ, ਰੂਮ ਸਰਵਿਸ, ਬਾਰ, ਲੌਜ। ਇਹ ਉਹ ਮਤਲਬ ਫੂਡ ਐਂਡ ਸਰਵਿਸਿਜ਼ ਹੋਟਲ ਦੇ ਵਿੱਚ ਇੰਨੇ ਟਾਈਪ ਨਾਲ ਆਪਾਂ ਹਾਸਲ ਕਰ ਸਕਦੇ ਹਾਂ। ਇਹਨਾਂ ਦੇ ਵਿੱਚ ਫੂਡ ਐਂਡ ਬੈਵਰੇਜ ਦੀਆਂ ਜੋ ਸਰਵਿਸਿਜ਼ ਮਿਲਦੀਆਂ ਨੇ। ਜਿੱਦਾਂ ਜਿੱਦਾਂ ਹੋਟਲ ਦੇ ਸਟਾਰ ਅੱਗੇ ਵਧੀ ਜਾਂਦੇ ਨੇ, ਉੱਦਾਂ ਹੀ ਜੋ ਕਿ ਫੂਡ ਐਂਡ ਬੈਵਰੇਜ ਦੀਆਂ ਜੋ ਮਤਲਬ ਹੁੰਦੀਆਂ ਨੇ ਨਾ, ਜੋ ਇੱਕ ਆਪਾਂ ਕਹਿ ਸਕਦੇ ਹਾਂ ਇਹਨਾਂ ਦੀਆਂ ਟਾਈਪਸ ਹੁੰਦੀਆਂ ਨੇ। ਜਿੱਦਾਂ ਛੋਟਾ ਅਗਰ ਹੋਟਲ 4 ਸਟਾਰ ਹੋਊਗਾ ਤਾਂ ਉੱਥੇ ਘੱਟ ਹੋਣਗੀਆਂ, 5 ਸਟਾਰ ਦੇ ਵਿੱਚ ਉਦੋਂ ਜ਼ਿਆਦਾ ਹੋਣਗੀਆਂ, ਹੈ ਨਾ। ਇਸ ਤਰ੍ਹਾਂ ਜਿਵੇਂ ਜਿਵੇਂ ਸਟਾਰ ਵਧੀ ਜਾਂਦੇ ਨੇ ਉੱਦਾਂ ਹੀ ਇਹਨਾਂ ਦੀਆਂ ਜੋ ਟਾਈਪਸ ਹੁੰਦੀਆਂ ਨੇ ਉਹ ਜ਼ਿਆਦਾ ਹੁੰਦੀਆਂ ਨੇ। ਲਾਸਟ ਦੀ ਡੈਫੀਨੇਸ਼ਨ ਆਫ ਮੀਲਸ ਐਕਸਪੀਰੀਅੰਸ, ਉੱਥੋਂ ਦੇ ਆਪਾਂ ਨੂੰ ਜੋ ਮੀਲ ਦਾ ਐਕਸਪੀਰੀਅੰਸ ਕਿੱਦਾਂ ਰਿਹਾ, ਜਿੱਦਾਂ ਟੈਂਗੀਬਲ ਔਰ ਇਨਟੈਂਗੀਬਲ। ਟੈਂਗੀਬਲ ਹੁੰਦਾ ਆ ਆਪਾਂ ਕਿਸੇ ਰੈਸਟੋਰੈਂਟ ਦੇ ਵਿੱਚ ਚਾਹੀਦਾ ਆ
ਤਾਂ ਉੱਥੇ ਜਿਨ੍ਹਾਂ ਚੀਜ਼ਾਂ ਨੂੰ ਛੂਹ ਸਕਦੇ ਹਾਂ, ਟੱਚ ਕਰ ਸਕਦੇ ਹਾਂ, ਚੇਅਰਸ ਹੋ ਗਈਆਂ, ਉੱਥੋਂ ਦੇ ਟੇਬਲਸ ਹੋ ਗਏ, ਉਹ ਆਪਣਾ ਕੀ ਐਕਸਪੀਰੀਅੰਸ ਹੋਣਾ ਟੈਂਗੀਬਲ ਔਰ ਇਨਟੈਂਗੀਬਲ, ਜਿਨ੍ਹਾਂ ਨੂੰ ਸਿਰਫ ਆਪਾਂ ਮਹਿਸੂਸ ਹੀ ਕੀਤਾ ਜਾ ਸਕਦਾ ਆ। ਉੱਥੇ ਕੋਈ ਬਹੁਤ ਸੋਹਣਾ ਬੈਕਗਰਾਊਂਡ ਮਿਊਜ਼ਿਕ ਲੱਗਿਆ ਹੋਇਆ ਔਰ ਉੱਥੋਂ ਦਾ ਐਟਮੋਸਫੇਅਰ ਬਹੁਤ ਵਧੀਆ ਆ, ਹੈ ਨਾ, ਔਰ ਫੂਡ ਜੋ ਆਪਾਂ ਖਾਧਾ ਆ ਉਹ ਬਹੁਤ ਜ਼ਿਆਦਾ ਟੇਸਟੀ ਸੀ, ਹੈ ਨਾ। ਤਾਂ ਇਹ ਸਭ ਚੀਜ਼ਾਂ ਜੋ ਆਪਾਂ ਮਹਿਸੂਸ ਕੀਤੀਆਂ ਉੱਥੇ ਜਾ ਕੇ, ਹੈ ਨਾ, ਉਹ ਇਨਟੈਂਗੀਬਲ ਐਕਸਪੀਰੀਅੰਸ ਹੁੰਦਾ ਆ। ਔਰ ਇਨਟੈਂਗੀਬਲ ਐਕਸਪੀਰੀਅੰਸ ਜੋ ਹੁੰਦਾ ਆ ਉਹੀ ਕਸਟਮਰ ਰਿਕਾਲ ਦਾ ਕਾਰਨ ਬਣਦਾ, ਜਿੱਥੇ ਕਸਟਮਰ ਨੂੰ ਬਾਰ-ਬਾਰ ਬੁਲਾਉਣਾ ਉਸ ਥਾਂ 'ਤੇ। ਅਗਰ ਕਿਸੇ ਕਸਟਮਰ ਦਾ ਐਕਸਪੀਰੀਅੰਸ ਅੱਛਾ ਰਿਹਾ ਹੋਊਗਾ ਕਿਸੇ ਹੋਟਲ ਜਾਂ ਰੈਸਟੋਰੈਂਟ ਦਾ, ਤਾਂ ਉਹ ਉਸ ਥਾਂ 'ਤੇ ਬਾਰ-ਬਾਰ ਆਊਗਾ। ਇਸ ਤਰ੍ਹਾਂ ਇਹ ਸੀ ਹੌਸਪਿਟੈਲਿਟੀ ਦੇ ਕੁਝ ਪਾਰਟ, ਔਰ ਆਈ ਹੋਪ ਤੁਹਾਨੂੰ ਮੇਰੀ ਵੀਡੀਓ ਅੱਛੀ ਲੱਗੀ ਹੋਏਗੀ। ਥੈਂਕ ਯੂ।